Hi students, my name is Lovepreet and I am working as a training and placement officer at Modern Group of Colleges, ਪੰਡੋਰੀ ਭਗਤ ਮੁਕੇਰੀਆਂ। ਔਰ ਜਿਹੜਾ ਸਾਡਾ ਅੱਜ ਦਾ ਲੈਕਚਰ ਹੈ ਉਹ ਯੂਨਿਟ ਨੰਬਰ 2 ਦੇ ਵਿੱਚੋਂ ਪਰਸੈਪਸ਼ਨ ਦਾ ਟੌਪਿਕ ਹੈ। ਉਹਨੂੰ ਅਸੀਂ ਇੱਕ ਚੈਪਟਰ ਦੀ ਫਾਰਮ ਦੇ ਵਿੱਚ ਪੜ੍ਹਾਂਗੇ ਔਰ ਇਹ ਸਾਡੇ ਕੋਲ ਜਿਹੜਾ ਸਿਲੇਬਸ ਹੈ 2018 ਦੇ ਅਕੋਰਡਿੰਗਲੀ BBA ਬੈਚ ਦਾ ਆਰਗੇਨਾਈਜੇਸ਼ਨ ਬਿਹੇਵੀਅਰ ਦਾ ਅਸੀਂ ਪੜ੍ਹਦੇ ਪਏ ਹਾਂ। ਔਰ ਅੱਜ ਅਸੀਂ ਪਰਸੈਪਸ਼ਨ ਦੇ ਚੈਪਟਰ ਦੇ ਬਾਰੇ ਦੇ ਵਿੱਚ ਗੱਲ ਕਰਾਂਗੇ। ਟੌਪਿਕਸ ਫॉर ਚੈਪਟਰ: ਨੇਚਰ, ਇੰਪੋਰਟੈਂਸ, ਪ੍ਰੀਪੈਕਚੁਅਲ ਪ੍ਰੋਸੈਸ, ਫੈਕਟਰਸ ਅਸੈਪਟਿੰਗ ਪਰਸੈਪਸ਼ਨ, ਪਰਸੈਪਸ਼ਨਲ ਐਰਰਸ। ਇਹ ਜਿੰਨੇ ਵੀ ਸਾਡੇ ਕੋਲ ਪਰਸੈਪਸ਼ਨ ਦੇ ਰਿਲੇਟਡ ਟੌਪਿਕਸ ਹੈ ਇਹ ਮੈਂ ਤੁਹਾਨੂੰ ਡਿਸਕਸ ਕੀਤੇ ਆ ਅਤੇ ਇਹਦੇ ਬਾਰੇ ਹੀ ਅਸੀਂ ਅੱਜ ਦੇ ਇਸ ਲੈਕਚਰ 'ਚ ਗੱਲ ਕਰਨੀ ਹੈ। Nature and importance of perception. What the perception is? Perception can be defined as our recognition and interpretation of information. Perception also includes how we respond to an information. ਸਭ ਤੋਂ ਪਹਿਲੇ ਨੰਬਰ ਦੇ ਉੱਤੇ ਪਰਸੈਪਸ਼ਨ ਨੂੰ ਸਮਝੀਏ। ਪਰਸੈਪਸ਼ਨ ਇਹ ਚੀਜ਼ ਹੈ ਕਿ ਸਾਡਾ ਦੇਖਣ ਦਾ ਜ਼ਰੀਆ, ਅਸੀਂ ਆਲੇ ਦੁਆਲੇ ਨੂੰ ਕਿਸ ਨਿਗਾਹ ਦੇ ਨਾਲ ਦੇਖਦੇ, ਸਾਡੀ ਕਿਸ ਤਰੀਕੇ ਦੀ ਬੁੱਧੀ ਹੈ ਜਾਂ ਕਿਸ ਤਰੀਕੇ ਦੀ ਸੋਚ ਹੈ, ਅਸੀਂ ਉਹਦੇ ਮੁਤਾਬਿਕ ਉਸ ਨੂੰ ਚੀਜ਼ ਨੂੰ ਆਈਡੈਂਟੀਫਾਈ ਕਰਦੇ ਹਾਂ, ਉਹ ਪਰਸੈਪਸ਼ਨ ਹੈ। ਫੋਰ ਐਗਜ਼ਾਮਪਲ, ਇੱਕ ਪਾਣੀ ਦਾ ਗਲਾਸ ਆ, ਉਹਦੇ ਵਿੱਚ ਅੱਧੇ ਗਲਾਸ 'ਚ ਪਾਣੀ ਭਰਿਆ, ਇੱਕ ਵਿਅਕਤੀ ਸਾਡੇ ਕੋਲ ਉਸ ਨੂੰ ਅੱਧਾ ਗਲਾਸ ਭਰਿਆ ਬੋਲੇਗਾ ਔਰ ਇੱਕ ਵਿਅਕਤੀ ਉਸ ਨੂੰ ਅੱਧਾ ਗਲਾਸ ਖਾਲੀ ਬੋਲੇਗਾ, ਪਰ ਡਿਪੈਂਡ ਕੀ ਹੈ ਕਿ ਉਹ ਦੋਨੋਂ ਆਪਣੀ ਜਗ੍ਹਾ 'ਤੇ ਠੀਕ ਹੈ ਲੇਕਿਨ ਉਹਨਾਂ ਦੀ ਪਰਸੈਪਸ਼ਨ ਇਹ ਹੈ। ਔਰ ਇਟ ਇਜ਼ ਏ ਕੋਗਨੀਟਿਵ ਐਂਡ ਸਾਈਕੋਲੋਜੀਕਲ ਪ੍ਰੋਸੈਸ। ਇਹ ਕੋਗਨੀਟਿਵ ਮਤਲਬ ਕਿ ਇੱਕ ਮੈਂਟਲ ਐਬਿਲਿਟੀ ਦਾ ਪ੍ਰੋਸੈਸ ਹੈ ਕਿ ਅਸੀਂ ਕਿਸ ਹੱਦ ਤੱਕ ਕਿਸੇ ਚੀਜ਼ ਨੂੰ ਦੇਖ ਕੇ ਸੋਚ ਸਕਦੇ ਹਾਂ। ਫੋਰ ਐਗਜ਼ਾਮਪਲ, ਇੱਕ ਨਿਊਟਨ ਦੀ ਐਗਜ਼ਾਮਪਲ ਸਾਡੇ ਕੋਲ ਆਉਂਦੀ ਹੈ। ਨਿਊਟਨ ਨੇ ਸੇਬ ਦੇ ਥੱਲੇ ਡਿੱਗਣ ਦੇ ਉੱਤੇ ਬੜਾ ਪ੍ਰਤੀਕਰਮ ਜਗਾਇਆ, ਆਪਣੇ ਦਿਮਾਗ ਦੇ ਵਿੱਚ ਕੁਐਸਚਨਿੰਗ ਕੀਤੀ ਕਿ ਇਹ ਸੇਬ ਕੇਵਲ ਥੱਲੇ ਹੀ ਕਿਉਂ ਆਇਆ, ਇਹ ਉੱਪਰ ਵਾਪਸ ਕਿਉਂ ਨਹੀਂ ਗਿਆ। ਤਾਂ ਉਹਦਾ ਇੱਕ ਕੋਗਨੀਟਿਵ ਐਂਡ ਸਾਈਕੋਲੋਜੀਕਲ ਪ੍ਰੋਸੈਸ ਸੀ। Perception becomes a subjective process and different people may perceive the same event differently. ਉਹੀ ਗੱਲ ਮੈਂ ਐਗਜ਼ਾਮਪਲ ਸੇਬ ਦੀ ਦਿੱਤੀ ਹੈ ਕਿ ਇੱਕ ਨੋਰਮਲ ਵਿਅਕਤੀ ਦੇ ਵਿੱਚ ਉਹ ਨੋਰਮਲ ਸੇਬ ਦੀ ਤਰ੍ਹਾਂ ਨੀਚੇ ਗਿਰਦਾ ਹੈ ਔਰ ਖਾਣ ਦੇ ਤੱਕ ਸੀਮਿਤ ਰਹਿੰਦਾ ਹੈ। ਔਰ ਇੱਕ ਸਾਇੰਟਿਸਟ ਨੇ ਜਦੋਂ ਨਵੇਂ ਤਰੀਕੇ ਨਾਲ ਸੋਚਣ ਦਾ ਜ਼ਰੀਆ ਰੱਖਿਆ ਤਾਂ ਉਹਨਾਂ ਨੇ ਕੁਛ ਨਾ ਕੁਛ ਸਾਨੂੰ ਇਨਵੈਂਸ਼ਨਸ ਦਿੱਤੀਆਂ, ਲਾਜ਼ ਆਫ ਮੋਸ਼ਨ ਦੀ ਫੋਰਮ ਦੇ ਵਿੱਚ ਸਾਡੇ ਸਾਹਮਣੇ ਲੈ ਕੇ ਆਉਂਦੇ। ਪਰਸੈਪਸ਼ਨ ਇਜ਼ ਕੰਟੀਨਿਊਸ ਐਂਡ ਡਾਇਨੇਮਿਕ ਪ੍ਰੋਸੈਸ। ਪਰਸੈਪਸ਼ਨ ਇੱਕ ਡਾਇਨੇਮਿਕ ਪ੍ਰੋਸੈਸ ਹੈ। ਹੋ ਸਕਦਾ ਹੈ ਕਿ ਇੱਕ ਵਿਅਕਤੀ ਦੀ ਪਰਸੈਪਸ਼ਨ ਇੱਕ ਟੌਪਿਕ ਦੇ ਉੱਤੇ ਅੱਜ ਹੋਰ ਹੈ ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੱਲ੍ਹ ਹੋਰ ਵੀ ਹੋ ਸਕਦੀ ਹੈ। ਫੋਰ ਐਗਜ਼ਾਮਪਲ ਇਹ ਹੈ ਕਿ ਨਵਾਂ ਇੱਕ ਬੱਚਾ ਸਾਈਕਲ ਚਲਾਉਣਾ ਸਿੱਖਦਾ ਹੈ ਔਰ ਉਹਦੀ ਪਰਸੈਪਸ਼ਨ ਬਿਗਨਿੰਗ ਦੇ ਵਿੱਚ ਸਾਈਕਲ ਦੇ ਵਾਸਤੇ ਬੜੀ ਵੱਖਰੀ ਹੈ, ਉਸ ਨੂੰ ਇੱਕ ਸਹਾਰੇ ਦੀ ਜ਼ਰੂਰਤ ਹੈ। ਔਰ ਜਿਉਂ-ਜਿਉਂ ਉਸ ਬੱਚੇ ਦੀ ਉਮਰ ਵੱਡੀ ਹੁੰਦੀ ਜਾਂਦੀ ਹੈ ਉਹਨੂੰ ਆਪਣੇ ਉਸ ਸਾਈਕਲ ਚਲਾਉਣ ਦਾ ਤਜਰਬਾ ਮਿਲਦਾ ਹੈ ਔਰ ਉਹਦੇ ਵਾਸਤੇ ਉਹ ਸਾਈਕਲ ਦੀ ਪਰਸੈਪਸ਼ਨ ਚੇਂਜ ਹੋ ਜਾਂਦੀ, ਉਹਦੇ ਵਾਸਤੇ ਇੱਕ ਖਿਡੌਣੇ ਦੀ ਤਰ੍ਹਾਂ ਕੰਮ ਕਰਦਾ ਹੈ। ਔਰ ਪਰਸੈਪਸ਼ਨ ਇਸੇ ਕਰਕੇ ਇੱਕ ਕੰਟੀਨਿਊਸ ਅਤੇ ਡਾਇਨੇਮਿਕ ਪ੍ਰੋਸੈਸ ਹੈ। ਔਰ ਬੀਇੰਗ ਅ ਮੈਨੇਜਰ, ਜਦੋਂ ਅਸੀਂ ਪਰਸੈਪਸ਼ਨ ਦਾ ਟੌਪਿਕ ਦੇਖਣਾ ਹੈ, ਲੋਕਾਂ ਦੇ ਜ਼ਰੀਏ ਨੂੰ, ਆਪਣੇ ਥੱਲੇ ਕੰਮ ਕਰਨ ਵਾਲੇ ਵਿਅਕਤੀਆਂ ਦੇ ਜ਼ਰੀਏ ਨੂੰ ਦੇਖਣਾ, ਉਹ ਹਰ ਵਾਰ ਨਵਾਂ ਬਦਲ ਕੇ ਸਾਡੇ ਸਾਹਮਣੇ ਆਏਗਾ। ਔਰ ਇਸੇ ਕਰਕੇ ਹੀ ਇੱਕ ਬੀਇੰਗ ਅ ਮੈਨੇਜਰ ਔਰ ਆਪਰੇਟਿਵ ਪਾਵਰ, ਸਾਨੂੰ ਪਰਸੈਪਸ਼ਨ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਪਰਸੈਪਸ਼ਨ ਦੀ ਯੂਜ਼ ਨੂੰ ਕਿਵੇਂ ਕਰਨਾ ਔਰ ਪਰਸੈਪਸ਼ਨ ਹਰ ਵਿਅਕਤੀ ਦਾ ਕਿਵੇਂ ਜੱਜ ਕਰਨਾ, ਕਿਵੇਂ ਅਸੀਂ ਉਹਨਾਂ ਦੇ ਕੋਲੋਂ ਕੰਮ ਲੈਣਾ। ਐਂਡ ਇਟ ਇਜ਼ ਅ ਸੈਂਸਰੀ ਪ੍ਰੋਸੈਸ। ਸੈਂਸਰੀ ਪ੍ਰੋਸੈਸ ਮੀਨਸ ਕਿ ਇਹਦੇ ਵਿੱਚ ਸਾਡੀਆਂ ਆਲ ਸੈਂਸਿਸ ਲੱਗਦੀਆਂ, 5 ਸੈਂਸਿਸ ਲੱਗਦੀਆਂ। ਅਸੀਂ ਸੁਣਨ ਦੇ ਜ਼ਰੀਏ ਵੀ ਪਰਸੈਪਸ਼ਨ ਨੂੰ ਦੇਖਦੇ ਹਾਂ, ਪਰਸੈਪਸ਼ਨ ਨੂੰ ਫੀਲ ਕਰਦੇ ਹਾਂ। ਇਹ ਸਾਰੀਆਂ ਚੀਜ਼ਾਂ ਇਹ ਇਸ ਕਰਕੇ ਸੈਂਸਰੀ ਹੈ। ਵੀ ਯੂਜ਼ਿਜ਼ ਆਲ ਦੀ ਸੈਂਸ ਆਰਗਨਸ ਫॉर ਦੀ ਪ੍ਰੋਸੈਸ ਆਫ ਪਰਸੈਪਸ਼ਨ। ਇੰਪੋਰਟੈਂਸ ਆਫ ਪਰਸੈਪਸ਼ਨ ਕਿ ਬੀਇੰਗ ਅ ਮੈਨੇਜਰ ਸਾਡੇ ਲਈ ਇੰਪੋਰਟੈਂਸ ਕੀ ਹੈ ਪਰਸੈਪਸ਼ਨ ਦੀ ਪੜ੍ਹਾਈ ਦੀ, ਅਸੀਂ ਪਰਸੈਪਸ਼ਨ ਨੂੰ ਸਮਝਣਾ ਕਿਉਂ ਜ਼ਰੂਰੀ ਹੈ ਸਾਡੇ ਵਾਸਤੇ। ਕਹਿੰਦਾ ਕਿ ਪਰਸੈਪਸ਼ਨ ਇਜ਼ ਵੈਰੀ ਇੰਪੋਰਟੈਂਟ ਇਨ ਅੰਡਰਸਟੈਂਡਿੰਗ ਦੀ ਹਿਊਮਨ ਬਿਹੇਵੀਅਰ। ਹਿਊਮਨ ਬਿਹੇਵੀਅਰ ਨੂੰ ਜੱਜ ਕਰਨਾ, ਉਹਨੂੰ ਇੱਕ ਅੰਡਰਸਟੈਂਡ ਕਰਨਾ ਇੱਕ ਬਹੁਤ ਜ਼ਰੂਰੀ ਹੈ ਇੱਕ ਮੈਨੇਜਰ ਦੇ ਵਾਸਤੇ। ਬਿਕੋਜ਼ ਐਵਰੀ ਪਰਸਨ ਪਰਸੀਵਸ ਦੀ ਵਰਡ ਐਂਡ ਡਿਫਰੈਂਟਲੀ ਅਪਰੋਚਿਸ ਦੀ ਲਾਈਫ ਪ੍ਰੋਬਲਮ। ਹਰ ਵਿਅਕਤੀ ਦੇ ਦੇਖਣ ਦਾ, ਸੋਚਣ ਦਾ, ਸਮਝਣ ਦਾ ਜ਼ਰੀਆ ਅਲੱਗ ਅਲੱਗ ਹੈ ਕਿਸੇ ਪ੍ਰੋਬਲਮ ਦੇ ਲਈ।
ਚਾਹੇ ਉਹ ਪ੍ਰੋਬਲਮ ਛੋਟੀ ਹੋਵੇ ਚਾਹੇ ਵੱਡੀ ਹੋਵੇ, ਹਰ ਕੋਈ ਇੱਕ ਵਿਅਕਤੀ ਪ੍ਰੋਬਲਮ ਨੂੰ ਵੱਖਰੇ ਤਰੀਕੇ ਦੇ ਨਾਲ ਸੋਚਦਾ ਔਰ ਹਰ ਕਿਸੇ ਵਿਅਕਤੀ ਦੇ ਕੋਲ ਇੱਕ ਯੂਨੀਕ ਸਿਗਨੀਫੀਕੈਂਟ ਵੇ ਹੁੰਦਾ ਉਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਵਾਸਤੇ। ਅਗਲਾ, ਇਫ ਪੀਪਲ ਬਿਹੇਵ ਔਨ ਦੀ ਬੇਸਿਸ ਆਫ ਦੇਅਰ ਪਰਸੈਪਸ਼ਨ we can predict their behavior in changed circumstances by understanding their present perception of the environment। ਇੱਕ ਬੱਚਾ ਕਲਾਸ ਦੇ ਵਿੱਚ 0 ਮਾਰਕਸ ਲੈਂਦਾ ਹੈ ਐਗਜ਼ਾਮ ਤੋਂ ਪਹਿਲਾਂ, ਤਾਂ ਇੱਕ ਟੀਚਰ ਦੀ ਪਰਸੈਪਸ਼ਨ ਹੈ ਵੀ ਇਸ ਬੱਚੇ ਨੇ ਰਿਵੀਜ਼ਨ ਨਹੀਂ ਕੀਤੀ, ਇਹਨੂੰ ਕਨਸੈਪਟ ਕਲੀਅਰ ਨਹੀਂ ਹੈ, 100 ਦੇ ਵਿੱਚ 0 ਨੰਬਰ ਆ ਲਿਆ, ਇਹਦਾ ਮਤਲਬ ਅੱਗੇ ਆਉਣ ਵਾਲੇ ਸਮੇਂ 'ਚ ਪਾਸ ਨਹੀਂ ਹੋਏਗਾ। ਇੱਕ ਪਰਸੈਪਸ਼ਨ ਦਿੰਦੀ ਹੈ ਔਰ ਇਹ ਸਰਕਮਸਟਾਂਸਿਸ ਨੂੰ ਜੱਜ ਕਰਨ ਦੇ ਵਾਸਤੇ ਅਸੀਂ ਇੱਕ ਆਈਡੀਆ ਲਗਾ ਲੈਂਦੇ ਹਾਂ। ਵਿਦ ਦੀ ਹੈਲਪ ਆਫ ਪਰਸੈਪਸ਼ਨ ਦੀ ਨੀਡ ਆਫ ਵੇਰੀਅਸ ਪੀਪਲ ਕੈਨ ਬੀ ਡਿਟਰਮਿਨਡ ਬਿਕੋਜ਼ ਪੀਪਲਸ ਪਰਸੈਪਸ਼ਨ ਇਜ਼ ਇਨਫਲੂਐਂਸਡ ਬਾਈ ਦੇਅਰ ਨੀਡ। ਹੁਣ ਜ਼ਰੂਰਤਾਂ ਦੀ ਪਰਸੈਪਸ਼ਨ ਦੇ ਉੱਤੇ ਕਿਵੇਂ ਡਿਪੈਂਡੈਂਸੀ ਹੈ? ਜ਼ਰੂਰਤ ਦੇ ਹਿਸਾਬ ਦੇ ਨਾਲ ਕੰਮ ਕਰਨਾ, ਜ਼ਰੂਰਤ ਦੇ ਹਿਸਾਬ ਦੇ ਨਾਲ ਅਸੀਂ ਰਿਐਕਸ਼ਨ ਦੇਣਾ, ਇੱਕ ਬਹੁਤ ਵੱਡਾ ਫਰਕ ਹੈ। ਕਿਸੇ ਵੇਲੇ ਅਸੀਂ ਬਾਜ਼ਾਰ ਦੇ ਵਿੱਚ ਦੇਖਦੇ ਹਾਂ ਕਿ ਇੱਕ ਭਿਖਾਰੀ ਹੈ, ਉਸਨੇ ਹੱਥ ਦੇ ਵਿੱਚ ਮੰਗਣ ਦੇ ਵਾਸਤੇ ਇੱਕ ਕਟੋਰਾ ਪਕੜਿਆ ਹੈ, ਪਰ ਉਸ ਦਾ ਜ਼ਰੀਆ ਸੋਚਣ ਦਾ ਇਹ ਹੈ ਕਿ ਕੇਵਲ ਉਸਨੇ ਮੰਗ ਕੇ ਹੀ ਖਾਣਾ ਹੈ ਔਰ ਉਸ ਦੇ ਨਾਲ ਨਾਲ ਵਿਪਰੀਤ ਉਸੇ ਉਮਰ ਦਾ ਵਿਅਕਤੀ ਇੱਕ ਇੰਡਸਟਰੀ ਦੇ ਵਿੱਚ ਵੀ ਕੰਮ ਕਰਦਾ ਪਿਆ, ਉੱਥੋਂ ਅਰਨਿੰਗ ਲੈਂਦਾ ਪਿਆ ਔਰ ਸੇਮ ਉਮਰ ਹੈ, ਸੇਮ ਜੈਂਡਰ ਹੈ, ਪਰ ਫਿਰ ਵੀ ਇੱਕ ਮੰਗ ਕੇ ਗੁਜ਼ਾਰਾ ਕਰਦਾ ਪਿਆ, ਇੱਕ ਖੁਦ ਆਪਣੀ ਮਿਹਨਤ ਦੇ ਨਾਲ ਕਮਾ ਰਿਹਾ। ਇਹ ਇੱਕ ਪਰਸੈਪਸ਼ਨ ਹੈ, ਇੱਕ ਸੋਚਣ ਦਾ ਜ਼ਰੀਆ। ਔਰ ਇਸੇ ਤਰੀਕੇ ਦੇ ਨਾਲ ਬੀਇੰਗ ਅ ਮੈਨੇਜਰ ਅਸੀਂ ਇਹ ਦੇਖਣਾ ਹੈ ਕਿ ਕਿਹੜਾ ਵਿਅਕਤੀ ਸੇਮ ਟਾਸਕ ਨੂੰ ਘੱਟ ਰਿਸੋਰਸਿਸ ਦੇ ਵਿੱਚ ਜ਼ਿਆਦਾ ਆਊਟਪੁੱਟ ਦਿੰਦਾ ਪਿਆ। ਪੀਪਲ ਐਕਸ਼ਨ, ਇਮੋਸ਼ਨਸ, ਥਾਟਸ ਐਂਡ ਫੀਲ ਆਰ ਟ੍ਰਿਗਰਡ ਬਾਏ ਦਾ ਵੇ ਆਫ ਪਰਸੈਪਸ਼ਨ। ਮੀਨਸ ਕਿ ਉਹਨਾਂ ਦੀਆਂ ਜਿਹੜੀਆਂ ਫੀਲਿੰਗਸ ਹੈ, ਹਾਵ ਭਾਵ ਹੈ, ਕਿਸ ਤਰੀਕੇ ਦਾ ਉਹ ਰਿਐਕਸ਼ਨ ਦਿੰਦਾ ਹੈ, ਉਹ ਸਾਰੇ ਦੇ ਸਾਰੇ ਉਹਨਾਂ ਦੀ ਪਰਸੈਪਸ਼ਨ ਤੁਹਾਨੂੰ ਦੱਸਦੇ ਆ ਕਿ ਉਹਨਾਂ ਨੇ ਇੱਕ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਲਿਆ। ਇਸ ਕਰਕੇ ਬੀਇੰਗ ਅ ਮੈਨੇਜਰ ਸਾਨੂੰ ਪਰਸੈਪਸ਼ਨ ਦੇ ਬਾਰੇ ਦੇ ਵਿੱਚ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿ ਦੂਸਰੇ ਵਿਅਕਤੀ ਦੀ ਕੀ ਜ਼ਰੀਆ ਹੈ ਸੋਚਣ ਦਾ। ਇਸੇ ਕਰਕੇ ਮੈਨੇਜਰਸ ਦੇ ਵਾਸਤੇ ਇਸ ਸਬਜੈਕਟ ਨੂੰ ਜਿਹੜਾ ਪੜ੍ਹਾਇਆ ਜਾਂਦਾ ਹੈ। ਹੁਣ ਪਰਸੈਪਚੁਅਲ ਪ੍ਰੋਸੈਸ ਜਾਂ ਪਰਸੈਪਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਕਿਸ ਤਰੀਕੇ ਦੇ ਨਾਲ ਚੱਲਦਾ ਹੈ। ਇੱਕ ਤੁਸੀਂ ਮੈਨੇਜਰ ਦੀ ਜਗ੍ਹਾ 'ਤੇ ਖੜ੍ਹੇ ਹੋ ਪਰਸੈਪਚੁਅਲ ਪ੍ਰੋਸੈਸ ਨੂੰ ਜਾਣਨ ਦੇ ਵਾਸਤੇ ਵੀ ਤੁਹਾਡੇ ਦਿਮਾਗ ਦੇ ਵਿੱਚ ਆਹ ਜਿਹੜੇ ਸਟੈਪਸ ਹੈ ਨਾ ਆਹ ਚੱਲਣਗੇ। ਤੁਸੀਂ ਬੀਇੰਗ ਅ ਮੈਨੇਜਰ ਇੱਕ ਐਕਟੀਵਿਟੀ ਨੂੰ ਜੱਜ ਕਰਦੇ ਪਏ ਹੋ, ਉਸ ਦੇ ਹਿਸਾਬ ਦੇ ਨਾਲ ਹੀ ਉਹਨੂੰ ਰਿਸੀਵਿੰਗ ਦੇਣੀ, ਸਿਲੈਕਸ਼ਨ ਕਰਨਾ, ਔਰਗੇਨਾਈਜ਼ ਕਰਨਾ, ਰਿਸਪੌਂਸ ਕਰਨਾ, ਇੰਟਰਪ੍ਰੀਟ ਕਰਨਾ। ਮੈਂ ਉਦਾਹਰਨ ਦੇ ਤੌਰ ਦੇ ਉੱਤੇ ਗੱਲ ਕਰਦਾ। ਦੀ ਪ੍ਰੋਸੈਸ ਬਾਈ ਵਿਚ ਦੀ ਇੰਡੀਵਿਜੂਅਲਸ ਔਰਗੇਨਾਈਜ਼ ਐਂਡ ਇੰਟਰਪ੍ਰੀਟ ਦੇਅਰ ਸੈਂਸਰੀ ਇੰਪ੍ਰੈਸ਼ਨਸ ਇਨ ਆਰਡਰ ਟੂ ਗਿਵ ਮੀਨਿੰਗ ਟੂ ਦੇਅਰ ਇਨਵਾਇਰਮੈਂਟ। ਬੀਇੰਗ ਅ ਮੈਨੇਜਰ ਤੁਸੀਂ ਸੋਚੋ ਕਿ ਇੱਕ ਤੁਹਾਨੂੰ ਐਕਟੀਵਿਟੀ ਦਿੱਤੀ ਹੈ, ਟਾਸਕ ਦਿੱਤੀ ਹੈ ਕਿ ਤੁਸੀਂ ਸੇਲਸ ਵੋਲੀਊਮ ਨੂੰ ਇਨਕਰੀਜ਼ ਕਰਨਾ ਹੈ, ਬੋਟਲ ਦੀ ਫਾਰਮ ਦੇ ਵਿੱਚ ਮਾਰਕੀਟ ਦੇ ਵਿੱਚ ਕਿਸੇ ਤਰੀਕੇ ਨਾਲ ਪਹੁੰਚਾਉਣਾ ਹੈ। ਐਗਜ਼ਾਮਪਲ ਲੈ ਲੈਂਦੇ ਆਪਾਂ ਕੋਕਾ ਕੋਲਾ ਦੀ ਕਿ ਤੁਸੀਂ 50,000 ਬੋਤਲਾਂ ਦੀ ਸੇਲ ਵਧਾਉਣੀ ਹੈ। ਤਾਂ ਬੀਇੰਗ ਅ ਮੈਨੇਜਰ ਆ, ਅਸੀਂ ਮਾਰਕੀਟਿੰਗ ਟੀਮ ਦੀ ਇੱਕ ਬੈਠਕ ਰੱਖਾਂਗੇ, ਸਾਰੇ ਜਾਣੇ ਅਸੀਂ ਉਸ ਟੀਮ ਦੇ ਸਦੱਸਿਆ ਬੈਠਣਗੇ, ਹਰ ਇੱਕ ਦੀ ਬ੍ਰੇਨਸਟੋਰਮਿੰਗ ਹੋਏਗੀ। ਬ੍ਰੇਨਸਟੋਰਮਿੰਗ ਦੇ ਹਿਸਾਬ ਦੇ ਨਾਲ ਸਾਡੇ ਕੋਲ ਰਿਵਿਊਜ਼ ਨਿਕਲ ਕੇ ਆਉਣਗੇ। ਬ੍ਰੇਨਸਟੋਰਮਿੰਗ ਮੀਨਸ ਕਿ ਆਲ ਦੀ ਯੂਜ਼ੂਅਲ ਐਂਡ ਅਨਯੂਜ਼ੂਅਲ ਆਈਡੀਆਜ਼ ਆਰ ਵੈਲਕਮਡ। ਕੁਝ ਚੰਗੇ ਆਈਡੀਆਜ਼ ਹੋਣਗੇ, ਕੁਝ ਇਸ ਤਰੀਕੇ ਦੇ ਆਈਡੀਆਜ਼ ਹੋਣਗੇ ਜਿਨ੍ਹਾਂ ਦੀ ਕੋਈ ਤਵੱਜੋ ਨਹੀਂ, ਪਰ ਫਿਰ ਵੀ ਸਾਡੇ ਕੋਲ ਉਹ ਆਈਡੀਆਜ਼ ਵੈਲਕਮਡ ਹੈ। ਉਸ ਦੇ ਵਿੱਚ ਸਾਡੇ ਕੋਲ ਰਿਸੀਵਿੰਗ ਹੋਏਗੀ ਕਿਸੇ ਐਕਟੀਵਿਟੀ ਦੀ। ਉਸ ਤੋਂ ਬਾਅਦ ਦੇ ਵਿੱਚ ਅਸੀਂ ਫਾਰਮੇਸ਼ਨ ਆਫ ਗਰੁੱਪ ਕਰਨਾ, ਸਿਲੈਕਸ਼ਨ ਕਰਨੀ ਹੈ ਕਿ ਅਸੀਂ ਕਿਹੜੇ ਬੰਦਿਆਂ ਨੂੰ ਮਾਰਕੀਟ ਦੇ ਵਿੱਚ ਭੇਜਣਾ ਹੈ ਇਸ ਬੋਟਲਸ ਨੂੰ ਸੇਲ ਕਰਨ ਦੇ ਵਾਸਤੇ। ਫਿਰ ਅਸੀਂ ਜਦੋਂ ਔਰਗੇਨਾਈਜ਼ ਕਰਦੇ ਹਾਂ, ਔਰਗੇਨਾਈਜ਼ ਔਨ ਦੀ ਬੇਸਿਸ ਆਫ ਪਰਸੈਪਸ਼ਨ। ਕੁਝ ਜਿਹੜੇ ਸਹੀ ਸਲਾਹ ਦੇਣ ਵਾਲੇ ਵਿਅਕਤੀ ਆ, ਅਸੀਂ ਜਦੋਂ ਗਰੁੱਪ ਦੀ ਫਾਰਮੇਸ਼ਨ ਕਰਨੀ ਹੈ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੜ੍ਹਾਂਗੇ, ਅਸੀਂ ਗਰੁੱਪ ਕਿਵੇਂ ਫਾਰਮ ਕਰਨਾ। ਪਰ ਔਰਗੇਨਾਈਜੇਸ਼ਨ ਦੇ ਵਿੱਚ ਇਹ ਆ ਜਾਂਦਾ ਕਿ ਅਸੀਂ ਕਿਹੜੇ ਰਿਸੋਰਸਿਸ ਨੂੰ ਯੂਜ਼ ਕਰਨਾ, ਕਿੱਦਾਂ ਕਰਨਾ, ਕਿਹੜੀ ਮੈਨ ਪਾਵਰ ਨੂੰ ਯੂਜ਼ ਕਰਨਾ। ਇਹ ਟੋਟਲੀ ਦੀ ਟੋਟਲ ਜਿਹੜੀ ਹੈਗੀ ਸਾਡੇ ਕੋਲ ਸਾਰਾ ਦਾ ਸਾਰਾ ਪਰਸੈਪਸ਼ਨ ਬੇਸ ਹੈ। ਇਹ ਬੀਇੰਗ ਅ ਮੈਨੇਜਰ ਸਾਰਾ ਪ੍ਰੋਸੈਸ ਜਿਹੜਾ ਪਰਸੈਪਸ਼ਨ ਬੇਸ ਹੈ। ਕੁਝ ਉਹਦੇ ਵਿੱਚ ਚੀਜ਼ਾਂ ਅਸੀਂ ਮਗਰਲੇ ਆਪਣੇ ਐਕਸਪੀਰੀਅੰਸਿਸ ਤੋਂ ਲਵਾਂਗੇ, ਕੁਝ ਮੌਕੇ ਦੇ ਉੱਤੋਂ ਜਿਹੜੀ ਮੀਟਿੰਗਸ ਹੋਈਆਂ ਉਹਨਾਂ ਤੋਂ ਅਸੀਂ ਐਨਾਲਿਸਿਸ ਕਰਾਂਗੇ। ਫਿਰ ਉਸ ਤੋਂ ਬਾਅਦ ਉਸ ਨੂੰ ਇੰਟਰਪ੍ਰੇਟ ਕਰਨਾ ਔਰ ਬਾਅਦ ਦੇ ਵਿੱਚ ਐਂਡ ਦਾ ਜਿਹੜਾ ਰਿਸਪੌਂਸ ਹੈ, ਜਿਹੜੀ ਸਾਡੇ ਕੋਲ ਫਾਈਨਲ ਪਲੈਨਿੰਗ ਤੋਂ ਬਾਅਦ ਇੱਕ ਪ੍ਰੋਪਰ ਆਊਟਕਮ ਨਿਕਲ ਕੇ ਆਉਣਾ, ਆਹ ਸਾਡੇ ਕੋਲ ਪ੍ਰੋਸੈਸ ਯੂਜ਼ ਹੋਣਾ ਹੈ ਜਦੋਂ ਅਸੀਂ ਕਿਸੇ ਵੀ ਕੰਮ ਦੇ ਵਾਸਤੇ ਪਰਸੈਪਸ਼ਨ ਕਰਦੇ ਹਾਂ। ਔਰ ਇੱਕ ਬੀਇੰਗ ਅ ਮੈਨੇਜਰ ਸਾਨੂੰ ਆਹ ਸਾਰੀਆਂ ਚੀਜ਼ਾਂ ਨੂੰ ਕਰਨੇ ਪੈਂਦਾ ਹੈ ਜਦੋਂ ਅਸੀਂ ਪਰਸੈਪਸ਼ਨ ਪ੍ਰੋਸੈਸ ਦੇ ਬਾਰੇ ਦੇ ਵਿੱਚ ਗੱਲ ਕਰਦੇ ਹਾਂ।
ਫੈਕਟਰਸ ਇਨਫਲੂਐਂਸਿੰਗ ਦੀ ਪਰਸੈਪਸ਼ਨ। ਇੱਕ ਵਿਅਕਤੀ ਦੀ ਪਰਸੈਪਸ਼ਨ ਦੇ ਵਾਸਤੇ ਕਿਹੜੇ ਫੈਕਟਰਸ ਡਿਪੈਂਡ ਕਰਦੇ ਆ ਔਰ ਕਿਹੜੇ ਫੈਕਟਰਸ ਦੇ ਬਾਰੇ ਦੇ ਵਿੱਚ ਵਿਅਕਤੀ ਸੋਚਦਾ ਹੈ। ਪਹਿਲੇ ਨੰਬਰ ਦੇ ਉੱਤੇ ਸਿਚੁਏਸ਼ਨ। ਕੀ ਪਤਾ ਕਿ ਸਿਚੁਏਸ਼ਨ ਇੱਕ ਇੱਦਾਂ ਦੀ ਚੀਜ਼ ਹੈ ਕਿ ਜਿਹੜੀ ਇੱਕ ਵਿਅਕਤੀ ਨੂੰ ਕਿਸੇ ਕੰਮ ਨੂੰ ਕਰਨ ਦੇ ਵਾਸਤੇ ਵੀ ਮਜਬੂਰ ਕਰਦੀ ਹੈ ਔਰ ਨਾ ਕਰਨ ਦੇ ਵਾਸਤੇ ਵੀ ਮਜਬੂਰ ਕਰਦੀ ਹੈ। ਫੋਰ ਐਗਜ਼ਾਮਪਲ ਸਾਡੇ ਕੋਲ ਦੀ ਸਿਚੁਏਸ਼ਨ ਆ ਜਾਂਦੀ, ਕੋਈ ਟਾਈਮ ਸਿਚੁਏਸ਼ਨ ਹੋ ਸਕਦੀ, ਕੋਈ ਟਾਈਮ ਬਾਉਂਡ ਹੋ ਸਕਦਾ। ਕਿਸੇ ਦੀ ਘਰ ਦੇ ਵਿੱਚ ਮੈਰਿਜ ਹੈ ਔਰ 1 ਮਹੀਨੇ ਦਾ ਉਹਦਾ ਟਾਸਕ ਹੈ ਕੰਮ ਕਰਨ ਦਾ ਔਰ ਅੱਛਾ ਫਰੀਕੁਐਂਸੀ ਦੇ ਨਾਲ ਕੰਮ ਕਰਨ ਵਾਲਾ ਇੰਪਲੋਏ ਹੈ, ਪਰ ਫਿਰ ਵੀ ਉਹ ਸੋਚੇਗਾ ਕਿ ਨਹੀਂ ਮੇਰੀ ਮੈਰਿਜ ਇਹਦੇ ਵਿੱਚ ਆ ਰਹੀ ਹੈ ਪਰ ਮੈਂ ਆਪਣੇ ਹਿਸਾਬ ਦੇ ਨਾਲ ਕੰਮ ਨਹੀਂ ਕਰ ਸਕਦਾ, ਔਰ ਇਹ ਪਰਸੈਪਸ਼ਨ ਸਮਝ ਨਹੀਂ ਪਏਗੀ। ਉਸ ਤੋਂ ਬਾਅਦ ਦੇ ਵਿੱਚ ਵਰਕ ਸੈਟਿੰਗ। ਸਪੋਜ਼ ਕਰ ਲਓ ਕਿ ਕੋਈ ਫੀਮੇਲ ਹੈ, ਉਸ ਨੂੰ ਕੋਈ ਟਾਸਕ ਕਰਨਾ ਔਰ ਇੰਡਸਟਰੀ ਦੇ ਵਿੱਚ ਰਹਿਣਾ ਔਰ ਉਹਨੂੰ ਨਾਈਟ ਸ਼ਿਫਟ ਵੀ ਲਗਾਉਣੀ ਪੈ ਰਹੀ ਹੈ, ਪਰ ਉਹਦੀ ਉੱਥੇ ਪ੍ਰੋਪਰਲੀ ਸੋਸ਼ਲ ਸੈਟਿੰਗ ਹੋਣੀ ਵੀ ਬਹੁਤ ਜ਼ਰੂਰੀ ਹੈ ਔਰ ਵਰਕ ਦੀ ਸੈਟਿੰਗ। ਕੀ ਪਤਾ ਕਿ ਉਹ ਰਾਤ ਦੀ ਸ਼ਿਫਟ ਲਗਾਉਣ ਦੇ ਵਾਸਤੇ ਆਪਣੇ ਆਪ ਨੂੰ ਨਾ ਪ੍ਰਿਪੇਅਰ ਕੀਤਾ ਹੋਵੇ, ਲੇਕਿਨ ਕੰਮ ਕਰਨਾ ਬਹੁਤ ਅੱਛੇ ਤਰੀਕੇ ਨਾਲ ਜਾਣਦੀ। ਔਰ ਸਿਚੁਏਸ਼ਨ ਦੇ ਮੈਟਰ ਵੀ ਡਿਪੈਂਡ ਕਰਦੇ ਪਰਸੈਪਸ਼ਨ ਦੇ ਉੱਤੇ। ਫਿਰ ਅੱਗੇ ਆ ਜਾਂਦਾ ਟਾਰਗੇਟ। ਟਾਰਗੇਟ ਦੇ ਵਾਸਤੇ ਕੀ ਆਉਂਦਾ ਕਿ ਸਾਈਜ਼ ਆਉਂਦਾ, ਇੰਟੈਂਸਿਟੀ ਹੈ, ਬੈਕਗਰਾਊਂਡ ਹੈ, ਮੋਸ਼ਨ ਆਫ ਵਰਕ ਹੈ, ਨੋਵੈਲਿਟੀ ਐਂਡ ਪ੍ਰੋਕਸੀਮਿਟੀ। ਟਾਰਗੇਟ ਕਿਸ ਤਰੀਕੇ ਦਾ ਹੈ? ਟਾਰਗੇਟ ਦੇ ਬੇਸ ਦੇ ਹਿਸਾਬ ਦੇ ਨਾਲ ਇੱਕ ਵਿਅਕਤੀ ਆਪਣੀ ਪਰਸੈਪਸ਼ਨ ਬਿਲਡ ਕਰਦਾ ਕਿਸੇ ਐਕਟੀਵਿਟੀ ਦੇ ਵਾਸਤੇ। ਛੋਟੀ ਜਿਹੀ ਐਗਜ਼ਾਮਪਲ ਕਰਦੇ ਹਾਂ, ਬੱਚਿਆਂ ਦੀ ਲਾਸਟ ਦਿਨ ਦੇ ਉੱਤੇ ਪੇਪਰਾਂ ਦੇ ਟਾਈਮ 'ਤੇ ਪੜ੍ਹਾਈ ਕਰਨਾ। ਫੋਰ ਐਗਜ਼ਾਮਪਲ ਸਾਡੇ ਕੋਲ ਸਾਈਜ਼ ਵੀ ਜ਼ਿਆਦਾ ਹੈ ਸਿਲੇਬਸ ਦਾ, ਉਹਦੀ ਇੰਟੈਂਸਿਟੀ ਘੱਟ ਹੈ, ਬੈਕਗਰਾਊਂਡ ਦੇ ਹਿਸਾਬ ਦੇ ਨਾਲ ਉਹਨੇ ਕੁਛ ਪਿੱਛੇ ਪੜ੍ਹਿਆ ਨਹੀਂ ਹੈ। ਉਸ ਤੋਂ ਬਾਅਦ ਨੋਵੈਲਿਟੀ, ਪ੍ਰੋਕਸੀਮਿਟੀ ਐਂਡ ਮੋਸ਼ਨ ਦੇ ਆਲ ਆਰ ਇੰਟਰਡਿਪੈਂਡੈਂਟ, ਔਰ ਉਸ ਹਿਸਾਬ ਦੇ ਨਾਲ ਉਹਦਾ ਜਿਹੜਾ ਮੋਸ਼ਨ ਹੈ ਉਹ ਵੀ ਚੇਂਜ ਹੋਇਆ। ਇਸ ਕਰਕੇ ਦਿਖਾਈ ਦੇਵੇਗਾ ਕਿ ਉਹਨੂੰ ਸਮਝ ਨਹੀਂ ਲੱਗਣੀ ਕਿ ਉਹਨੇ ਕੀ ਕਰਨਾ ਹੈ ਔਰ ਇੰਨੀ ਜਲਦੀ ਦੇ ਵਿੱਚ ਉਹਦੀ ਸਿਲੇਬਸ ਕਵਰੇਜ ਕਿਵੇਂ ਹੋਏਗੀ। ਉਸ ਤੋਂ ਬਾਅਦ ਦੇ ਵਿੱਚ ਆ ਜਾਂਦਾ ਦੀ ਪਰਸੀਵਰ। ਉਹਦੇ ਵਿੱਚ ਕੀ ਆਉਂਦੇ ਸਾਡੇ ਕੋਲ ਪਰਸੀਵਰ ਫੈਕਟਰਸ ਦੀ ਗੱਲ ਕਰੀਏ, ਉਹਦਾ ਆਉਂਦਾ ਹੈ ਸਾਈਕੋਲੋਜੀ ਦੇ ਨਾਲ ਰਿਲੇਟਡ ਹੈ। ਸਾਈਕੋਲੋਜੀ ਦੇ ਨਾਲ ਰਿਲੇਟਡ ਕਿਵੇਂ ਹੈ ਕਿ ਉਹਦਾ ਐਟੀਟਿਊਡ ਕੀ ਹੋ ਸਕਦਾ ਉਸ ਕੰਮ ਦੇ ਲਈ, ਉਹਦਾ ਮੋਟਿਵ ਕੀ ਹੈ, ਉਸ ਤੋਂ ਬਾਅਦ ਕੀ ਉਹਦਾ ਉਸ ਕੰਮ ਦੇ ਵਿੱਚ ਇੰਟਰਸਟ ਹੈ ਜਾਂ ਨਹੀਂ, ਉਹਦਾ ਪਾਸਟ ਐਕਸਪੀਰੀਅੰਸ ਕੀ ਹੈ, ਕੀ ਉਹਦੀ ਐਕਸਪੈਕਟੇਸ਼ਨ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਇਹ ਸਾਨੂੰ ਪਰਸੈਪਸ਼ਨ ਨੂੰ ਬਿਲਡਿੰਗ ਦੇ ਵਾਸਤੇ ਕਰਦੀ ਹੈ। ਸਪੋਜ਼ ਕਰ ਲਓ ਕਿ ਕੋਈ ਆਰਮੀ ਦੇ ਵਿੱਚ ਵਿਅਕਤੀ ਆ, ਉਹਨੂੰ ਇੱਕ ਮਿਸ਼ਨ ਦਿੱਤਾ ਹੈ ਕਿ ਉਸ ਦੇ ਦੁਆਰਾ ਕਿਸੇ ਐਨਕਾਊਂਟਰ ਮਿਸ਼ਨ ਦੇ ਵਿੱਚ ਜਾਣਾ ਹੈ। ਇੱਕ ਤਾਂ ਉਹਦਾ ਐਟੀਟਿਊਡ ਇਹ ਹੈ ਕਿ ਮੈਂ ਬੀਇੰਗ ਅ ਸੋਲਜਰ ਹੈ, ਮੈਂ ਕਿਸੇ ਨੂੰ ਸ਼ੂਟ ਕਰਨਾ ਹੈ, ਕੋਈ ਮੇਰੇ ਦੇਸ਼ ਦੇ ਉੱਤੇ ਹਮਲਾ ਕਰਦਾ ਪਿਆ ਤਾਂ ਮੈਂ ਉਹਦਾ ਐਟੀਟਿਊਡ ਪੋਜ਼ੀਟਿਵ ਹੈ ਦੇਸ਼ ਦੇ ਵਾਸਤੇ ਕੰਮ ਕਰਨਾ, ਪਰ ਉਹਦਾ ਮੋਟਿਵ ਇਹ ਹੈ ਕਿ ਉਹਨੇ ਉਸ ਵਿਅਕਤੀ ਨੂੰ ਮਾਰਨਾ। ਪਰ ਤੀਜਾ ਇੰਟਰਸਟ ਵੀ ਹੈ, ਪਰ ਐਂਡ ਦੇ ਵਿੱਚ ਉਹਦੀ ਜਿਹੜੀ ਐਕਸਪੀਰੀਅੰਸ ਹੈ ਉਹ ਕਿਤੇ ਨਾ ਕਿਤੇ ਉਹ ਵੀ ਮੈਟਰ ਕਰੇਗਾ ਕਿ ਉਹਦੇ ਕੋਲੋਂ ਹਥਿਆਰ ਚਲਾਉਣ ਦੇ ਜਾਂ ਆਪਣੀ ਡਿਫੈਂਸ ਦੇ ਵਾਸਤੇ ਕੀ ਸਿਸਟਮਸ ਰਹਿਣ ਵਾਲੇ ਆ ਜਦੋਂ ਕਿਸੇ ਦੇ ਸ਼ੂਟਿੰਗ ਦੇ ਵਾਸਤੇ ਜਾਂਦਾ ਹੈ। ਔਰ ਆ ਵੀ ਚੀਜ਼ਾਂ ਐਕਸਪੀਰੀਅੰਸ ਦੇ ਉੱਤੇ ਮੈਟਰ ਕਰ ਰਹੀਆਂ ਕਿ ਉਹਨੇ ਆਪਣੀ ਡਿਫੈਂਸਿੰਗ ਨੂੰ ਕਿਵੇਂ ਕਰਨਾ। ਔਰ ਉਸ ਤੋਂ ਬਾਅਦ ਦੇ ਵਿੱਚ ਐਕਸਪੈਕਟੇਸ਼ਨ, ਕਿ ਉਸ ਦੀਆਂ ਐਕਸਪੈਕਟੇਸ਼ਨਸ ਆਪਣੇ ਆਪ ਤੋਂ ਕੀ ਹੈ ਕਿ ਉਹ ਇਸ ਕੰਮ ਨੂੰ ਕਰ ਪਾਵੇਗਾ ਜਾਂ ਨਹੀਂ। ਅਤੇ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਰ ਇੱਕ ਵਿਅਕਤੀ ਆਪਣੀ ਪਰਸੈਪਸ਼ਨ ਬਿਲਡ ਕਰਦਾ, ਇਹ ਸਾਰੀਆਂ ਚੀਜ਼ਾਂ ਨੂੰ ਦੇਖਦਾ। ਇਹ ਜਿੰਨੀਆਂ ਵੀ ਚੀਜ਼ਾਂ ਮੈਂ ਦਿੱਤੀਆਂ, ਇਸ ਕਰਕੇ ਜਿਹੜੇ ਫੈਕਟਰਸ ਹੈ ਇਹ ਸਾਡੇ ਕੋਲ ਸਦਾ ਦੇ ਵਾਸਤੇ ਸਟੈਟਿਕ ਨਹੀਂ ਰਹਿੰਦੇ, ਡਾਇਨੇਮਿਕ ਹੋ ਸਕਦੇ ਆ। ਬੇਸ਼ੱਕ ਇੱਕ ਵਿਅਕਤੀ ਕੰਮ ਕਰਨ ਵਾਲਾ ਵਧੀਆ ਹੋਵੇ, ਪਰ ਉਹ ਕਿਤੇ ਨਾ ਕਿਤੇ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਵੀ ਟਲ ਜਾਂਦਾ, ਟਾਰਗੇਟਸ ਦੇ ਹਿਸਾਬ ਦੇ ਨਾਲ ਵੀ ਟਲ ਜਾਂਦਾ, ਔਰ ਬੀਇੰਗ ਅ ਪਰਸੀਵਰ ਵੀ ਟਲ ਜਾਂਦਾ ਔਰ ਕਿਤੇ ਨਾ ਕਿਤੇ ਉਹਨੂੰ ਆਹ ਸਾਰੀਆਂ ਚੀਜ਼ਾਂ ਦਾ ਸਾਹਮਣੇ ਕਰਨਾ ਪੈਂਦਾ। ਔਰ ਬੀਇੰਗ ਅ ਮੈਨੇਜਰ ਸਾਨੂੰ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਹੋਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਜਿਹੜੀ ਪਰਸੈਪਸ਼ਨ ਕੰਸੈਪਟ ਹੈ ਉਹਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਨੂੰ ਸਿੱਖਣਾ, ਲੱਭਣਾ ਅਤੇ ਆਪਣੇ ਇੰਪਲੋਈ ਦੇ ਉੱਤੇ ਫੋਕਸ ਕਰਨਾ ਕਿ ਇਹਨਾਂ ਚੀਜ਼ਾਂ ਦੇ ਹਿਸਾਬ ਦੇ ਨਾਲ ਕੀ ਉਹਦੀ ਪਰਸੈਪਸ਼ਨ ਰਹਿੰਦੀ ਹੈ। ਇਹ ਵੀ ਸਾਨੂੰ ਚੀਜ਼ਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਅੱਗੇ ਆਉਂਦੇ ਸਾਡੇ ਕੋਲ ਪਰਸੈਪਚੁਅਲ ਐਰਰਸ। ਸਾਡੇ ਕੋਲ ਪਰਸੈਪਸ਼ਨ ਦੇ ਵੇਲੇ ਆਪਣੀ ਜੱਜਮੈਂਟ ਕਰਨ ਵੇਲੇ ਬੀਇੰਗ ਅ ਮੈਨੇਜਰ ਬਹੁਤ ਸਾਰੇ ਐਰਰਸ ਸਾਹਮਣੇ ਆਉਂਦੇ ਆ ਕਿ ਅਸੀਂ ਜੱਜਮੈਂਟ ਕਰਦੇ ਹਾਂ ਤਾਂ ਉਸ ਜੱਜਮੈਂਟ ਦੇ ਵਿੱਚੋਂ ਕੀ ਐਰਰ ਆ ਸਕਦੇ ਆ। ਔਰ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਆਉਂਦਾ ਸਾਡੇ ਕੋਲ ਹਾਲੋ ਐਰਰ।
ਇਹਦੇ ਵਿੱਚ ਕੀ ਹੈ ਕਿ ਅਸੀਂ ਕਿੱਦਾਂ ਸੋਚਦੇ ਹਾਂ ਤੇ ਇਹਦੀ ਰਿਕਮੈਂਡਡ ਆਊਟਕਮ ਵੀ ਦਿੱਤਾ ਕਿ ਅਸੀਂ ਇਸ ਐਰਰ ਨੂੰ ਰਿਮੂਵ ਕਰਨ ਦੇ ਵਾਸਤੇ ਕੀ ਕਰਨਾ। ਇਹ ਸਾਡੇ ਕੋਲ ਸਾਰੀਆਂ ਉੱਤੇ ਦਿੱਤੀਆਂ, ਜਿਹੜੇ ਅਸੀਂ 3-4 ਐਰਰਸ ਦੀ ਗੱਲ ਕਰਾਂਗੇ ਉਹਦੀ ਜਿਹੜੀ ਡਿਸਕ੍ਰਿਪਸ਼ਨਸ ਹੈਗੀਆਂ ਉਹ ਵੀ ਦਿੱਤੀਆਂ, ਐਗਜ਼ਾਮਪਲ ਵੀ, ਔਰ ਉਹਦੀ ਰਿਕਮੈਂਡਡ ਸੋਲਿਊਸ਼ਨ ਕੀ ਹੈ ਕਿ ਇਸ ਐਰਰ ਨੂੰ ਓਵਰਕਮ ਕਰਨ ਦੇ ਵਾਸਤੇ ਅਸੀਂ ਕੀ ਕਰਨਾ। ਕਿ ਬੇਸਿਕਲੀ ਜਿਹੜੇ ਐਰਰਸ ਹੈ ਉਹਨਾਂ ਨੂੰ ਅਸੀਂ ਕਰਨ ਦੇ ਵਾਸਤੇ ਸਾਰਾ ਸਾਲ ਦਾ ਪ੍ਰੋਸੈਸ ਕਰਨੇ ਪੈਂਦਾ। ਇਹ ਨਹੀਂ ਕਿ ਅਸੀਂ ਇੱਕ 5 ਮਿੰਟ ਦਾ ਪ੍ਰੋਸੈਸ ਕਰ ਲਿਆ ਤਾਂ ਅਸੀਂ ਉਹ ਪਰਟੀਕੂਲਰ ਐਰਰ ਨੂੰ ਰਿਮੂਵ ਕਰ ਲਾਂਗੇ। ਆਜੋ ਪਹਿਲੇ ਬਾਰੇ ਗੱਲ ਕਰੀਏ। ਹੈਲੋ ਇਫੈਕਟ ਹੈ, ਇਹਦੇ ਵਿੱਚ ਕੀ ਕਹਿੰਦੇ ਆ, ਰਾਦਰ ਫਾਰਮਸ ਐਨ ਓਵਰਆਲ ਇੰਪ੍ਰੈਸ਼ਨ ਅਬਾਊਟ ਐਨ ਆਬਜੈਕਟ ਐਂਡ ਦੈਨ ਯੂਜ਼ਿਸ ਦੀ ਇੰਪ੍ਰੈਸ਼ਨ ਟੂ ਬੇਸ ਰੇਟਿੰਗਸ ਅਬਾਊਟ ਦੀ ਆਬਜੈਕਟ। ਇਹਦੀ ਐਗਜ਼ਾਮਪਲ ਤੋਂ ਤੁਹਾਨੂੰ ਸਮਝਾਉਣਾ। ਕਹਿੰਦਾ ਕਿ ਰੇਟਿੰਗ ਏ ਪ੍ਰੋਫੈਸਰ ਹਾਈ ਔਨ ਟੀਚਿੰਗ ਡਾਇਮੈਂਸ਼ਨਸ ਆਫ ਐਬਿਲਿਟੀ ਟੂ ਮੋਟੀਵੇਟ ਸਟੂਡੈਂਟਸ ਕਮਿਊਨੀਕੇਸ਼ਨ ਬਿਕੋਜ਼ ਵੀ ਲਾਈਕ ਹਿਮ ਔਰ ਹਰ। ਉਹਦੇ ਬੀਇੰਗ ਅ ਟੀਚਰ ਦੋ ਸਾਡੇ ਕੋਲ ਐਸਪੈਕਟ ਰਹਿੰਦੇ ਹੈ ਕਿ ਇੱਕ ਉਹ ਮੋਟੀਵੇਟ ਕਿਵੇਂ ਕਰਦਾ, ਇੱਕ ਇਕੱਲਾ ਟੀਚਿੰਗ ਦੇ ਵੱਲ ਜਿਹੜਾ ਉਹਦਾ ਕੰਸੈਪਟ ਹੈ ਜੋ ਸਿਲੇਬਸ ਉਹਦੇ ਵੱਲ ਵੀ ਫੋਲੋ ਕਰ ਰਿਹਾ ਜਾਂ ਬੱਚੇ ਦੀ ਓਵਰਆਲ ਪਰਸਨੈਲਿਟੀ ਵੀ ਡਿਵੈਲਪ ਕਰ ਰਿਹਾ। ਤਾਂ ਇਸੇ ਤਰੀਕੇ ਦੇ ਨਾਲ ਹੀ ਸਾਡੇ ਕੋਲ ਐਗਜ਼ਾਮਪਲ ਕੀ ਹੈ ਕਿ ਰੈਦਰ ਫਾਰਮਸ ਐਨ ਓਵਰਆਲ ਇੰਪ੍ਰੈਸ਼ਨ ਅਬਾਊਟ ਐਨ ਆਬਜੈਕਟ ਐਂਡ ਦੈਨ ਯੂਜ਼ਿਸ ਦੀ ਇੰਪ੍ਰੈਸ਼ਨ ਟੂ ਬੇਸ ਰੇਟਿੰਗਸ ਅਬਾਊਟ ਦੀ ਆਬਜੈਕਟ। ਅੱਗੇ ਕੀ ਹੈ ਕਿ ਰਿਮੈਂਬਰ ਡੈਟ ਐਨ EMPLOYEE ਬਿਹੇਵੀਅਰ ਟੈਂਡਸ ਟੂ ਵੇਰੀ ਅਕਰੋਸ ਦੀ ਡਿਫਰੈਂਟ ਡਾਇਮੈਂਸ਼ਨਸ ਆਫ ਦੀ ਪਰਫੋਰਮੈਂਸ। ਸਿਮਿਲਰਲੀ ਇੱਕ ਟੀਚਰ ਦੀ ਜਿਹੜੀ ਬਿਹੇਵੀਅਰ ਹੈ ਉਹ ਬਹੁਤ ਸਾਰੀਆਂ ਡਾਇਮੈਂਸ਼ਨਸ ਦੇ ਉੱਤੇ ਇੱਕ ਪਰਫੋਰਮੈਂਸ ਦੇ ਵਾਸਤੇ ਲਾਈ ਕਰਦਾ ਹੈ। ਕੀਪ ਏ ਫਾਈਲ ਔਰ ਅ ਡਾਇਰੀ ਟੂ ਰਿਕਾਰਡ ਐਗਜ਼ਾਮਪਲਸ ਆਫ ਪੋਜ਼ੀਟਿਵ ਐਂਡ ਨੈਗੇਟਿਵ EMPLOYEE ਪਰਫੋਰਮੈਂਸ ਥਰੂ ਆਊਟ ਦੀ। ਹਾਲੋ ਇਫੈਕਟ ਨੂੰ ਕੀ ਕਰਨਾ ਸੀ ਕਿ ਇਹਨੇ ਹਰ ਡਾਇਮੈਂਸ਼ਨ ਦੇ ਵਿੱਚ EMPLOYEE ਨੇ ਕੰਮ ਕੀਤਾ ਹੋ ਸਕਦਾ, ਪਰ ਜਿੱਥੇ ਉਹਦੀ ਨੈਗੇਟਿਵਿਟੀ ਰਹੀ ਉਹਦੀ ਬਾਰੇ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਜਿੱਥੇ ਸਾਡੀ ਪੋਜ਼ੀਟਿਵਿਟੀ ਰਹੀ ਹੈ ਉਸ EMPLOYEE ਦੀ ਉਹਦੇ ਬਾਰੇ ਵੀ ਜਾਣਕਾਰੀ ਹੋਣਾ ਚਾਹੀਦਾ, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਜਿਹੜੀ ਪਰਸੈਪਸ਼ਨ ਹੈ ਉਹਨੂੰ ਸਮਝ ਕੇ ਉਹਨੂੰ ਉਸ ਤਰੀਕੇ ਦੀ ਟਾਸਕ ਦਈਏ। ਕਿ ਕੇਵਲ ਅਸੀਂ ਬੱਚੇ ਨੂੰ ਕਲਾਸ ਦੇ ਵਿੱਚ ਪੂਰੀ ਕਿਤਾਬੀ ਪੜ੍ਹਾਈ ਵੀ ਕਰਵਾ ਕੇ ਉਸ ਦਾ ਬਹੁਪੱਖੀ ਵਿਕਾਸ ਨਹੀਂ ਕਰ ਸਕਦੇ, ਔਰ ਨਾਲ ਦੇ ਨਾਲ ਅਸੀਂ ਕੇਵਲ ਉਹਨੂੰ ਪੜ੍ਹਾਈ ਨਾ ਕਰਵਾਈਏ, ਬਾਹਰਲੀਆਂ ਗੱਲਾਂ ਬਾਤਾਂ ਕਰੀਏ, ਉਹ ਵੀ ਨਹੀਂ ਅਸੀਂ ਉਸ ਬੱਚੇ ਨੂੰ ਪੜ੍ਹਾ ਕੇ ਕੇਵਲ ਇੱਕ ਅੱਛਾ ਇਨਸਾਨ ਨਹੀਂ ਬਣਾ ਸਕਦੇ। ਅਗਲੀ ਆਉਂਦੀ ਹੈ ਲੀਨੀਅੰਸੀ। ਲੀਨੀਅੰਸੀ ਕੀ ਹੈ ਕਿ ਅਸੀਂ ਆਮ ਅਕਸਰ ਇਹ ਵਾਲਾ ਸ਼ਬਦ ਸੁਣਦੇ ਹਾਂ ਕਿ ਇਹ ਵਿਅਕਤੀ ਬਹੁਤ ਲੀਨੀਅੰਸ ਹੈ। ਕਹਿਣ ਦਾ ਭਾਵ ਇਹ ਹੈ ਕਿ ਇਹ ਪਰਸਨਲ ਕਰੈਕਟਰਿਸਟਿਕਸ ਡੈਟ ਲੀਡਸ ਐਨ ਇੰਡੀਵਿਜੂਅਲ ਟੂ consistently evaluate other people or object in an extremely positive fashion। ਇੱਥੋਂ ਐਗਜ਼ਾਮਪਲ ਤੋਂ ਅਸੀਂ ਗੱਲ ਕਰਦੇ ਹਾਂ। ਰੇਟਿੰਗ ਏ ਪ੍ਰੋਫੈਸਰ ਹਾਈ ਔਨ ਆਲ ਡਾਇਮੈਂਸ਼ਨਸ ਆਫ ਪਰਫੋਰਮੈਂਸ ਰਿਗਾਰਡਲੈਸ ਆਫ ਹਿਜ਼ ਔਰ ਹਰ ਐਕਚੁਅਲ ਪਰਫੋਰਮੈਂਸ ਦੀ ਰੇਟਰ ਡੈਟ ਹੇਟਸ ਟੂ ਸੇ ਨੈਗੇਟਿਵ ਥਿੰਗ ਅਬਾਊਟ ਅਦਰ। ਇਹਦੇ ਵਿੱਚ ਕੀ ਹੁੰਦਾ ਕਿ ਇੱਕ ਵਿਅਕਤੀ ਦਾ ਕਿਸੇ ਦੂਸਰੇ ਵਿਅਕਤੀ ਦੇ ਨਾਲ ਇੱਕ ਅੱਛਾ ਰਿਸ਼ਤਾ ਹੁੰਦਾ, ਔਰ ਕਿਸੇ ਵਿਅਕਤੀ ਦਾ ਸੋਚਣ ਦਾ ਜ਼ਰੀਆ ਦੂਸਰੇ ਦੇ ਪ੍ਰਤੀ ਮਾੜਾ ਵੀ ਰਹਿੰਦਾ ਹੈ। ਔਰ ਇਹਦੇ ਵਾਸਤੇ ਸਾਨੂੰ ਕੀ ਕਰਨਾ ਹੈ ਕਿ ਇਹ ਇੰਡੀਵਿਜੂਅਲ ਦੇ ਉੱਤੇ ਡਿਪੈਂਡ ਕਰਦਾ ਹੈ ਲੀਨੀਅੰਸੀ ਐਰਰ। ਇਟ ਡਜ਼ ਨਾਟ ਹੈਲਪ ਦੀ EMPLOYEES ਵੈਨ ਦੇ ਗਿਵਨ ਪੋਜ਼ੀਟਿਵ ਫੀਡਬੈਕ ਡੈਟ ਇਜ਼ ਇਨਐਕੂਰੇਟ। ਹਾਂ ਸਾਡੀ ਕਿਸੇ ਨਾਲ ਬਣਦੀ ਹੈ ਤਾਂ ਉਹਦੇ ਬਾਰੇ ਅਸੀਂ ਜੇ ਕੋਈ ਕੰਮ ਗਲਤ ਵੀ ਕੀਤਾ ਤਾਂ ਉਹਨੂੰ ਕਿਸੇ ਵੇਲੇ ਅਸੀਂ ਬੋਲ ਦਿੰਦੇ ਹਾਂ ਨਹੀਂ ਭਾਈ ਇਹਨੇ ਬਹੁਤ ਅੱਛਾ ਕੰਮ ਕੀਤਾ। ਐਂਡ ਟਰਾਈ ਟੂ, ਇੱਥੋਂ ਕੀ ਹੈ ਕਿ ਸਾਡੇ ਸਾਰਿਆਂ ਦੇ ਵਾਸਤੇ ਸਿੱਖਿਆ ਮਿਲਦੀ ਹੈ ਕਿ ਟਰਾਈ ਟੂ ਬੀ ਫੇਅਰ ਐਂਡ ਰੀਅਲਿਸਟਿਕ ਵਾਈਲ ਇਵੈਲੂਏਟਿੰਗ ਅਦਰਸ। ਕਿ ਅਸੀਂ ਜਦੋਂ ਕਿਸੇ ਨੂੰ ਇਵੈਲੂਏਟ ਕਰਨਾ ਪੂਰੇ ਪ੍ਰੋਪਰ ਫੈਕਟ ਐਂਡ ਫਿਗਰਸ ਦੇ ਬੇਸਿਸ ਦੇ ਉੱਤੇ ਉਹਨੂੰ ਇਵੈਲੂਏਟ ਕਰੀਏ। ਇਹ ਇਹਦਾ ਰਿਕਮੈਂਡਡ ਸੋਲਿਊਸ਼ਨ ਹੈ ਕਿ ਇਹ ਵੀ ਸਾਡੇ ਕੋਲ ਐਰਰ ਰਹਿ ਸਕਦਾ ਕਿ ਅਸੀਂ ਬੀਇੰਗ ਅ ਪਰਸੈਪਸ਼ਨ ਇਹ ਸੋਚਣਾ ਹੈ ਕਿ ਇਹ ਵਿਅਕਤੀ ਦੀ ਉਸ ਵਿਅਕਤੀ ਦੇ ਨਾਲ ਬੌਂਡਿੰਗ ਕਿਸ ਤਰੀਕੇ ਦੀ ਜਿਹੜਾ ਉਸ ਦੀ ਸਾਨੂੰ ਫੀਡਬੈਕ ਦੇ ਰਿਹਾ। ਇਹ ਵੀ ਚੀਜ਼ ਸਾਡੇ ਧਿਆਨ 'ਚ ਹੋਣੀ ਚਾਹੀਦੀ, ਕਿਤੇ ਉਹਦੀ ਕੋਈ ਫਾਲਸ ਕੰਪਲੇਂਟ ਤਾਂ ਨਹੀਂ ਦੇ ਰਿਹਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਜਾਣਕਾਰੀ 'ਚ ਹੋਣੀ ਚਾਹੀਦੀ। ਅਗਲਾ ਆਉਂਦਾ ਸੈਂਟਰਲ ਟੈਂਡੈਂਸੀ। The tendency to avoid all the extreme judgments and rate people and objects as an average or a neutral। ਕਹਿੰਦਾ ਕਿ ਉਹਨੂੰ ਇੱਕ ਅਸੀਂ ਦੇਖਦੇ ਜਦੋਂ ਕੋਈ ਸਰਵੇ ਕਰਵਾਉਂਦੇ ਨਾ ਤਾਂ ਹਰ ਵਿਅਕਤੀ ਦਾ ਸਾਡੇ ਕੋਲ ਰਹਿੰਦਾ ਕਿ ਜੀ ਉਹਨੇ ਹਰ ਰੇਟ ਨੂੰ 5 ਬੋਲਣਾ, 5 ਤੁਸੀਂ ਕੀ ਕਸਟਮਰ ਦੀ ਸਰਵਿਸਿਜ਼ ਹੈ ਜਿਹੜੀਆਂ ਕੰਪਨੀ ਨੇ ਦਿੱਤੀ ਉਹ ਤੋਂ ਸੈਟਿਸਫਾਈ ਹੋ? ਯੈਸ ਆਈ ਐਮ ਐਗਰੀਡ। ਕੀ ਤੁਹਾਡੇ ਨਾਲ ਜਿਹੜਾ EMPLOYEE ਦਾ ਬਿਹੇਵੀਅਰ ਸੀ ਉਹ ਠੀਕ ਸੀ? ਹਾਂਜੀ 5 ਨੰਬਰ ਦੇ ਦਿਓ। ਅਤੇ ਇਸ ਤਰੀਕੇ ਦੇ ਨਾਲ ਕੁਛ ਐਰਰ ਸਾਡੇ ਕੋਲ ਸੈਂਟਰਲ ਟੈਂਡੈਂਸੀ ਦੀ ਪਰਸੈਪਸ਼ਨ ਦੇ ਵੀ ਆਉਂਦੇ ਆ। ਤਾਂ ਉਹ ਕੀ ਕਰਨਾ ਕਿ ਰੇਟਿੰਗ ਏ ਪ੍ਰੋਫੈਸਰ ਐਵਰੇਜ ਔਨ ਆਲ ਦੀ ਡਾਇਮੈਂਸ਼ਨਸ ਆਫ ਪਰਫੋਰਮੈਂਸ ਰਿਗਾਰਡਲੈਸ ਆਫ ਹਿਜ਼ ਔਰ ਹਰ ਐਕਚੁਅਲ ਪਰਫੋਰਮੈਂਸ। ਕਈ ਹੁੰਦੇ ਆ ਕਿ ਅਸੀਂ ਪਰਫੋਰਮੈਂਸ ਦੇਣ ਦੇ ਵੇਲੇ ਬਿਲਕੁਲ ਧਿਆਨ ਨਹੀਂ ਦਿੰਦੇ ਆ,
ਕਿ ਜੋ ਸਾਡੇ ਕੋਲ ਰੇਟਿੰਗ ਮੰਗੀ ਗਈ ਹੈ ਅਸੀਂ ਐਕਚੁਅਲੀ 'ਚ ਨਹੀਂ ਕਰਦੇ। ਔਰ ਇੱਦਾਂ ਦਾ ਵੀ ਸਾਡੇ ਕੋਲ ਬੀਇੰਗ ਅ ਮੈਨੇਜਰ ਅਸੀਂ ਜੱਜਮੈਂਟ ਲੈਣੀ ਹੈ, ਦੇਖਣਾ ਹੈ ਕਿ ਉਹਦਾ ਜਿਹੜਾ ਰੇਟਿੰਗ ਦਿੱਤਾ ਗਿਆ ਉਹ ਪਰਫੋਰਮੈਂਸ ਕਿਤੇ ਉਹਦੀ ਨੈਗੇਟਿਵ ਵੀ ਆ ਉਹਨੂੰ ਵੀ ਨਿਊਟਰਲ ਕੀਤਾ, ਜਿਹੜੀ ਉਹਦੀ ਪੋਜ਼ੀਟਿਵ ਪਰਫੋਰਮੈਂਸ ਹੈ ਉਹਨੂੰ ਵੀ ਨਿਊਟਰਲ ਕਰਕੇ ਲਿਖਿਆ। ਜਿੱਥੇ 10 ਦੇਣੇ ਚਾਹੀਦੇ ਸੀ ਉੱਥੇ ਵੀ 5 ਦਿੱਤੇ, ਜਿੱਥੇ 0 ਮਿਲਣਾ ਚਾਹੀਦਾ ਉੱਥੇ ਵੀ ਸਾਨੂੰ 5 ਨੰਬਰ ਦਿੱਤੇ ਗਏ। ਔਰ ਇਹਦੇ ਵਾਸਤੇ ਸਾਡੇ ਕੋਲ ਰਿਕਮੈਂਡਡ ਸੋਲਿਊਸ਼ਨ ਫॉर अ मैनेजर की है, इट इज़ नॉर्मल टू प्रोवाइड फीडबैक दैट कंटेन बोथ पॉजिटिव एंड नेगेटिव। द यूज़ ऑफ ए परफॉर्मेंस डायरी कैन हैल्प टू रिमेंबर एग्जाम्पल फॉर इंप्लॉय परफॉर्मेंस। सानू कि एक डायरी मेनटेन करनी पैंदी है। मैं ताइयों इस चीज़ां बोलियां जिन्नियां भी साडे कोल एरर्स है उन्हां दे वास्ते एक रैगूलर रूटीन वर्क दे विच सानू काम करने पैंदा है। उसते बाद हुंदा रिसेंसी इफेक्ट्स, दी टेंडेंसी टू रिमेंबर दी रीसेंट इनफॉर्मेशन। ये जिहड़ा वर्ड है ये रीसेंट तो ड्राइव होया कि साडे कोल रीसेंट की होया, ਉਹਦੇ ਵਿੱਚ ਕੀ ਹੈ ਕਿ ਇੱਕ ਮੈਂ ਐਗਜ਼ਾਮਪਲ ਦਿੱਤੀ ਹੈ ਕਿ ਹੋ ਸਕਦਾ ਕਿ ਬੱਚਾ ਬੜੇ ਵਧੀਆ ਤਰੀਕੇ ਦੇ ਨਾਲ ਕਲਾਸ ਦੇ ਵਿੱਚ ਪਰਫਾਰਮ ਕਰਦਾ ਹੋ, ਇੱਕ ਦਿਨ ਬਿਮਾਰ ਹੋ ਗਿਆ ਔਰ ਟੈਸਟ ਉਹਦਾ ਪੇਪਰ ਤੋਂ ਇੱਕ ਦਿਨ ਪਹਿਲਾਂ ਹੈ ਅਤੇ ਉਹ ਬੱਚਾ ਨਹੀਂ ਪੜ੍ਹ ਪਾਇਆ, ਉਹਨੂੰ ਸਾਰੀਆਂ ਚੀਜ਼ਾਂ ਦੀ ਕਿਤੇ ਨਾ ਕਿਤੇ ਮਿਸਕਨਸੈਪਸ਼ਨ ਹੋਣ ਦੇ ਕਰਕੇ ਉਹਨੂੰ ਚੀਜ਼ਾਂ ਭੁੱਲ ਗਈਆਂ ਜਾਂ ਡਾਊਟ ਕਲੀਅਰ ਨਹੀਂ ਸੀਗੇ, ਉਹਦੀ ਪਰਫਾਰਮੈਂਸ ਬਿਲਕੁਲ ਡਲ ਪਰਫਾਰਮੈਂਸ ਆਈ ਹੈ। ਔਰ ਫਿਰ ਕੀ ਹੈ ਕਿ ਸਾਡੇ ਕੋਲ ਉਹਦੀ ਜਿਹੜੀ ਇਨਫੋਰਮੇਸ਼ਨ ਰੀਸੈਂਟ ਜਿਹੜੀ ਉਹ ਨੈਗੇਟਿਵ ਸ਼ੋ ਹੋ ਗਈ। ਦੀ ਪਰਸਨ ਔਰ ਦੀ ਆਬਜੈਕਟ ਇਜ਼ ਐਵੈਲੂਏਟਡ ਨੈਗੇਟਿਵਿਟੀ, ਔਰ ਇਹਨੂੰ ਅਸੀਂ ਸਦਾ ਦੇ ਵਾਸਤੇ ਹੀ ਨੈਗੇਟਿਵਲੀ ਆਪਰੇਟ ਕਰਦੇ ਹਾਂ। ਬਟ ਕੀ ਹੈ ਕਿ ਐਗਜ਼ਾਮਪਲ ਇੱਕ ਹੋਰ ਦਿੰਦਾ ਤੁਹਾਨੂੰ, ਆਲਦੋ ਇਹ ਪ੍ਰੋਫੈਸਰ ਹੈਜ਼ ਗਿਵਨ ਗੁੱਡ ਲੈਕਚਰਸ ਫॉर 12 to 15 ਵੀਕਸ, ਬਹੁਤ ਅੱਛੇ ਤਰੀਕੇ ਨਾਲ 12 ਤੋਂ 15 ਹਫ਼ਤੇ ਪੜ੍ਹਾਇਆ, ਬਟ ਕੀ ਹੋਇਆ ਹੀ ਔਰ ਸ਼ੀ ਇਜ਼ ਐਵੈਲੂਏਟਡ ਨੈਗੇਟਿਵ ਬਿਕੋਜ਼ ਓਵਰ ਦੀ ਲਾਸਟ 3 ਵੀਕਸ वर डन पूअरली। मीनस कि वो किसी कारण ते कंसनट्रेट नहीं कर पाया क्लास दे विच, बच्चों के नाल इन्ना ज़्यादा इंटरैक्ट नहीं कर पाया। हो सकता कि वो उही सेम परसैप्शन है कि वो कोई ना कोई मजबूरियां हो, जी मैं तुहानूं पिछली स्लाइड दे विच परसैप्शन के रिलेटेड जानकारी दी है कि वह टाइम कुछ इस तरीके का होवे या उन्होंने सिचुएशनस के उत्ते डिपेंड करता होवे, पर फिर भी उन्होंने जिहड़ा नैगेटिव रिस्पॉन्स दिता गया। और सेम असी किवें इनू इस जिहड़ा एरर है परसैप्शन का इनू ओवरकम किवें करना। इट इज़ क्रिटिकल टू एवैलूएट एग्जाम्पल्स ऑफ परफॉर्मेंस that span the entire rating period. Keep a file or a diary to record. Keep a file or diary to record examples of performance throughout the year. हर रोज़ की एक डेली फीडबैक है, तां ही एक असी पर्टिकुलर बंदे दे वास्ते जिहड़ा साडे कोल बीइंग अ इंप्लॉय काम करदा पिया, मेरे टीम दे नाल काम करदा पिया, उहदी हर व्यक्ति दे प्रति जे असी परसैप्शन नूं जानदा है ਜਾਂ उस परसैप्शन के उत्ते असी काम करना है, तो सानू पूरे का पूरा साल जिहड़ा है इस डायरी वर्क करना पवेगा, फीडबैक्स के प्रोसैस के नाल भी, और इस दे नाल ही सानू अदर जिन्ने भी टूल्स है लगा करके लगाना चाहिए है, सो डैट कि असी एक अच्छा परसैप्शन व्यूअर बन सकीए और मैनेजमेंट दे विच एक अच्छा गोल नूं अचीव करन दे वास्ते असी बैटर इंप्लॉइज़ नूं इनहांस करके उन्हां दी बैटर आउटकम ते बैटर परफॉर्मेंस लैके आईए। ये एक परसैप्शन का बहुत वड्डा टॉपिक है जिहड़ा साडे कोल बहुत ही वड्डा रोल अदा करदा है बीइंग अ मैनेजर, कि असी किन्हां व्यक्तियों के नाल मिल के असी की काम करना और उहदी की आउटकम लैके आनी है फ्रॉम दी लास्ट 1 ईयर। और ये साडे वास्ते इस करके इस मॉड्यूल दे विच पाया गया सी कि साडे बच्चों ने जो आने वाले समय दे विच मैनेजर बनना है, उन्होंने परसैप्शन बिल्डिंग का कंसैप्ट पता लग सके, ताकि वो कंपनी के जो विजन मिशन है वो ऑब्जैक्टिव्स नूं फुलफिल कर सके। थैंक्स अ लॉट फॉर लिसनिंग। अगेन असी अगले लैक्चर दे नाल मिलांगे नवे कंसैप्ट दे नाल। टेक केयर, गुड बाय।